एक ओंकार सतगुर प्रसाद। श्लोक महला नौवां। गुण गोबिंद गायो नहीं, जन्म अकारथ कीन। कहो नानक हर भज मना, जे विद जल को मीन। कहो नानक हर भज मना, जे विद जल को मीन। गुरु सवारे गुरु दुलारे सत्संगी जनों, बड़े प्यार ਅਤੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਣ ਕੀਤਾ, ਇਹ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ। ਆਓ ਇਸ ਦੀ ਵਿਚਾਰ ਸਰਵਣ ਕਰੋ। ਗੁਰੂ ਗ੍ਰੰਥ ਸਾਹਿਬ ਅਧਿਆਤਮਕ ਗੁਣ ਦੇ ਇੱਕ ਮਹਾਨ ਸਾਗਰ ਹਨ, ਜਿਸ ਵਿੱਚ ਧਰਮ ਦੇ ਵਿਭਿੰਨ ਪਹਿਲੂਆਂ 'ਤੇ ਸੰਪੂਰਨ ਪ੍ਰਕਾਸ਼ ਪਾਇਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਅੰਗ ਸੰਪੂਰਨ, ਸਰਬ ਗੁਣ ਸੰਪੰਨ ਹਨ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਗਿਆਨ, ਬੈਰਾਗ ਤੇ ਦੈਵੀ ਗੁਣਾਂ ਦਾ ਇੱਕ ਅਦੁੱਤੀ ਸੰਗਮ ਹੈ। ਸਤਿਗੁਰਾਂ ਦੇ ਸ਼ਲੋਕ ਤਾਂ ਸੱਚਖੰਡ ਦੀਆਂ ਪੌੜੀਆਂ ਹਨ। ਸੰਗਤ ਜੀ, ਗੁਰਬਾਣੀ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡ ਅਵਰ ਨ ਕੋਇ। ਨਿਰੰਕਾਰ ਦੀ ਕੌਣ ਵਿਆਖਿਆ ਕਰ ਸਕਦਾ ਹੈ? ਜਦੋਂ ਸ੍ਰਿਸ਼ਟੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ, ਕਿਆ ਹੋਂ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥ ਨਾ ਜਾਈ। ਉਹ ਪਰਮਾਤਮਾ ਅਸੀਮ ਹੈ, ਉਹ ਪਰਮਾਤਮਾ ਅਮਾਪ ਹੈ, ਉਹ ਪਰਮਾਤਮਾ ਅਨੰਤ ਹੈ। ਉਸ ਦੀ ਕੌਣ ਕਿਆ ਵਿਆਖਿਆ ਕਰ ਸਕਦਾ ਹੈ? ਸੰਗਤ ਜੀ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਦੁੱਤੀ ਸ਼ਲੋਕਾਂ, ਸ਼ਲੋਕ ਮਹਲਾ 9ਵਾਂ ਦੀ ਵਿਚਾਰ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਸਮੁਖ ਦਾਸ ਰੱਖਣ ਦਾ ਯਤਨ ਕਰਦਾ ਹੈ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਦਾ ਇੱਕ ਰਸ ਰਹਿੰਦਾ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਸਾਹਿਬ ਕਹਿੰਦੇ ਹਨ, ਹੇ ਮਨ, ਤੂੰ ਪਰਮਾਤਮਾ ਦੇ ਗੁਣ ਨਹੀਂ ਗਾਏ, ਤੂੰ ਮਨੁੱਖ ਜਨਮ ਅਜਾਈਂ ਗਵਾ ਲਿਆ ਹੈ। ਨਾਨਕ ਕਹਿੰਦਾ ਹੈ ਕਿ ਹੇ ਮਨ, ਪਰਮਾਤਮਾ ਦੀ ਭਗਤੀ ਇਸ ਤਾਂਘ, ਇਸ ਤੜਪ ਨਾਲ ਕਰ, ਜਿਵੇਂ ਮੱਛੀ ਪਾਣੀ ਨੂੰ ਚਾਹੁੰਦੀ ਹੈ। ਸੰਗਤ ਜੀ, ਮਨੁੱਖ ਜਨਮ ਪਰਮਾਤਮਾ ਤੱਕ ਪਹੁੰਚਣ ਵਾਸਤੇ ਮਿਲਿਆ ਹੈ। ਜਦੋਂ ਤੱਕ ਮਨੁੱਖ ਇਸ ਜਨਮ ਵਿੱਚ ਐਗਜ਼ਾਮ ਪਾਸ ਨਹੀਂ ਕਰ ਲੈਂਦਾ, ਉਸ ਦਾ ਆਵਾਗਮਨ ਜਾਰੀ ਰਹੇਗਾ, ਉਸਦੇ ਜਨਮ ਮਰਨ ਦਾ ਸਿਲਸਿਲਾ ਚੱਲਦਾ ਰਹੇਗਾ। ਗੁਰਬਾਣੀ ਦਾ ਖਿਆਲ ਪਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਵੇਂ ਬਾਹਰ ਦੀ ਦੁਨੀਆ ਵਿੱਚ ਇੱਕ ਨਿਯਮ ਹੈ ਕਿ ਅਸੀਂ ਸੂਰਜ ਦੀ ਰੋਸ਼ਨੀ ਵਿੱਚ ਵੇਖਦੇ ਹਾਂ, ਸੂਰਜ ਵੱਲ ਨਹੀਂ ਵੇਖਦੇ। ਸੰਗਤ ਜੀ, ਇਸੇ ਤਰ੍ਹਾਂ ਧਾਰਮਿਕ ਦੁਨੀਆ ਵਿੱਚ ਇੱਕ ਨਿਯਮ ਹੈ ਕਿ ਸਿੱਧਾ ਪਰਮਾਤਮਾ ਨੂੰ ਨਹੀਂ ਵੇਖਣਾ, ਬਲਕਿ ਉਸਦੇ ਗੁਣਾਂ ਰਾਹੀਂ ਉਸ ਨਾਲ ਸੰਬੰਧ ਬਣਾਉਣਾ ਹੈ। ਸਿੱਧਾ ਵੇਖਣ ਵਾਲੇ ਆਪਣਾ ਸੰਤੁਲਨ ਗਵਾ ਬੈਠੇ ਤੇ ਉਮਰ ਭਰ ਪਾਗਲਾਂ ਦੀ ਤਰ੍ਹਾਂ ਫਿਰਦੇ ਰਹੇ। ਸੰਗਤ ਜੀ, ਮੂਸਾ ਨੂੰ ਪਰਮਾਤਮਾ ਨੇ ਕਿਹਾ ਸੀ, ਐ ਮੂਸਾ, ਤੂੰ ਵੇਖਣ ਦੀ ਜਿੱਦ ਨਾ ਕਰ, ਸਿਰਫ ਮੇਰੀ ਗੱਲ 'ਤੇ ਹੀ ਭਰੋਸਾ ਕਰ। ਪਰ ਮੂਸਾ ਨੇ ਜਿੱਦ ਕੀਤੀ, ਫਲਸਵਰੂਪ ਉਸ ਦੀਆਂ ਅੱਖਾਂ ਚੁੰਦੀਆਂ ਗਈਆਂ ਅਤੇ ਕੋਹਤੂਰ ਪਹਾੜ ਸੜ ਕੇ ਸੁਆਹ ਬਣ ਗਿਆ। ਇਹ ਕਹਾਣੀ ਪ੍ਰਗਟ ਕਰਦੀ ਹੈ ਕਿ ਪਰਮਾਤਮਾ ਸਾਡੀ ਬੁੱਧ ਵਿੱਚ ਕੈਦ ਨਹੀਂ ਹੋ ਸਕਦਾ। ਉਹ ਸਾਡੇ ਲਈ ਸਿਫਤ ਸਲਾਹ ਵਿੱਚ ਹੈ, ਕੀਰਤੀ ਵਿੱਚ ਹੈ, ਗੁਣ
ਗਾਉਣ ਵਿੱਚ ਹੈ। ਗੁਰਬਾਣੀ ਦਾ ਫਰਮਾਨ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੰਦਗੀ ਕੀ ਹੈ? ਪਰਮਾਤਮਾ ਦੇ ਗੁਣ ਗਾਉਣੇ ਹਨ। ਇਹ ਗੁਣ ਗਾਉਣ ਤੋਂ ਬਿਨਾਂ ਸਾਰਾ ਜਨਮ ਹੀ ਵਿਅਰਥ ਹੋ ਜਾਏਗਾ। ਉਹਨਾਂ ਕੁਝ ਜ਼ਿੰਮੇਵਾਰੀ ਮਨੁੱਖ 'ਤੇ ਵੀ ਸੁੱਟੀ ਹੈ ਕਿ ਤੂੰ ਗੁਣ ਨਹੀਂ ਗਾਏ। ਇਹ ਵੀ ਠੀਕ ਹੈ ਕਿ ਮਨੁੱਖ ਪਰਵਸ ਹੈ, ਪਰਤੰਤਰ ਹੈ, ਪਰ ਉਸ ਮਾਲਕ ਨੇ ਕੁਝ ਤਾਂ ਸੁਤੰਤਰਤਾ ਦਿੱਤੀ ਹੈ। ਫੋਰ ਐਗਜ਼ਾਮਪਲ, ਜਿਵੇਂ ਇੱਕ ਮੱਛੀ 100 ਮੀਟਰ ਡੋਰ ਨਾਲ ਬੰਦੀ ਗਈ ਹੈ, ਉਹ 100 ਮੀਟਰ ਉੱਡਣ ਤੱਕ ਤਾਂ ਸੁਤੰਤਰ ਹੈ। ਮਨੁੱਖ ਨੂੰ ਅੱਖਾਂ ਮਿਲੀਆਂ ਹਨ, ਖੁੱਲ੍ਹੀਆਂ ਰੱਖੇ ਜਾਂ ਬੰਦ ਸੁਤੰਤਰ ਹੈ। ਹੱਥ ਖੁੱਲ੍ਹੇ ਰੱਖੇ ਜਾਂ ਬੰਦ, ਜ਼ੁਬਾਨ ਨਾਲ ਬੋਲੇ ਜਾਂ ਚੁੱਪ ਰਹੇ, ਇਹ ਕਿਸੇ ਹੱਦ ਤੱਕ ਸੁਤੰਤਰ ਹੈ। ਹਕੀਕਤ ਇਹ ਹੈ ਕਿ ਅਗਰ ਇਸ ਸੁਤੰਤਰਤਾ ਨੂੰ ਸਹੀ ਅਰਥਾਂ ਵਿੱਚ ਮਨੁੱਖ ਸਮਝਦਾ ਤਾਂ ਇਹ ਸ਼ਰਾਬੀ ਬਣਨ ਦੀ ਥਾਂ ਅੰਮ੍ਰਿਤਧਾਰੀ ਬਣ ਸਕਦਾ ਸੀ। ਅਗਰ ਇੰਨੀ ਸੁਤੰਤਰਤਾ ਨਾ ਹੁੰਦੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਨੂੰ ਕਦੀ ਨਾ ਕਹਿੰਦੇ ਕਿ ਹੇ ਬੰਦੇ, ਤੂੰ ਗੋਬਿੰਦ ਦੇ ਗੁਣ ਕਿਉਂ ਨਹੀਂ ਗਾਏ। ਸਾਧਨਾ ਦਾ ਅੰਤ ਹੈ ਕਿ ਪ੍ਰਮਾਤਮਾ ਨੇ ਗੁਣ ਗਾਉਣ ਦੀ ਸਮਰੱਥਾ ਦਿੱਤੀ ਹੈ, ਉਸ ਦੀ ਕਿਰਪਾ ਨਾਲ ਗਾਏ ਹਨ। ਪਰ ਸਾਧਨਾ ਦਾ ਆਰੰਭ ਇੱਥੋਂ ਹੈ ਕਿ ਤੂੰ ਗੁਣ ਗਾਉਣੇ ਸਨ, ਗੁਣ ਕਿਉਂ ਨਹੀਂ ਗਾਏ। ਪਹਿਲੋਂ ਆਪਣੀ ਜ਼ਿੰਮੇਵਾਰੀ, ਫਿਰ ਪਰਮਾਤਮਾ ਦੀ। ਹੇ ਬੰਦੇ, ਤੁਰਨ ਦੀ ਜ਼ਿੰਮੇਵਾਰੀ ਤੇਰੀ, ਪਹੁੰਚਾਉਣ ਦੀ ਪਰਮਾਤਮਾ ਦੀ। ਤੂੰ ਗੁਣ ਗਾ, ਉਸ ਨੂੰ ਵੱਡਾ ਵੱਡਾ ਕਹਿੰਦਿਆਂ ਆਪ ਵੱਡਾ ਹੋ ਜਾਏਗਾ। ਗੁਣ ਗਾਵਤ ਤੇਰੀ ਉਤਰਸ ਮੈਲ। ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹਿ। ਭਗਤ ਤੇਰੇ ਮਨ ਭਾਉਂਦੇ, ਦਰਸੋਹਨ ਕੀਰਤ ਗਾਉਂਦੇ। ਸੰਗਤ ਜੀ, ਗੁਰਸਿੱਖ ਦੇ ਬਚਨਾਂ ਵਿੱਚੋਂ ਤਾਂ ਪਰਮਾਤਮਾ ਦਾ ਜ਼ਿਕਰ ਆਉਂਦਾ ਹੀ ਹੈ। ਇਸ ਦੇ ਕਰਮਾਂ ਵਿੱਚੋਂ ਵੀ ਪਰਮਾਤਮਾ ਦੇ ਗੁਣ ਪ੍ਰਗਟ ਹੋਣ ਲੱਗ ਪੈਣਗੇ। ਜਦੋਂ ਇਹ ਪਰਮਾਤਮਾ ਦੀ ਉਸਤਤ ਕਰੇਗਾ, ਪਰਮਾਤਮਾ ਨੂੰ ਯਾਦ ਰੱਖੇਗਾ, ਫਿਰ ਕਿਰਤ ਅਤੇ ਕੀਰਤੀ ਇੱਕ ਹੋ ਜਾਣੀ ਹੈ। ਪਰ ਪਹਿਲਾਂ ਗੱਲ ਕੀਰਤੀ ਤੋਂ ਹੀ ਸ਼ੁਰੂ ਹੁੰਦੀ ਹੈ, ਫਿਰ ਧੰਦਾ ਅਤੇ ਧਰਮ ਇੱਕ ਹੋ ਜਾਣਗੇ, ਫਿਰ ਸੌਦਾ ਅਤੇ ਸੱਚ ਇੱਕ ਹੋ ਜਾਣਗੇ। ਇਹ ਕੀਰਤੀ ਕਰਨੀ ਕਿਵੇਂ ਹੈ? ਜਿਵੇਂ ਮੱਛੀ ਪਾਣੀ ਨੂੰ ਯਾਦ ਕਰਦੀ ਹੈ, ਪਰਮਾਤਮਾ ਦੇ ਗੁਣ ਗਾਉਣੇ ਜੀਵਨ ਦਾ ਆਧਾਰ ਬਣ ਜਾਏ। ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਧ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਸੰਗਤ ਜੀ, ਕੁਝ ਪਾਣੀ ਦੇ ਜੀਵ ਐਸੇ ਹਨ ਜਿਹੜੇ ਪਾਣੀ ਤੋਂ ਬਿਨਾਂ ਕਾਫੀ ਸਮਾਂ ਕੱਢ ਜਾਂਦੇ ਹਨ। ਜਿਵੇਂ ਕੱਛੂ ਕੁੰਮਾ ਪਾਣੀ ਵਿੱਚ ਹੀ ਰਹਿ ਲੈਂਦਾ ਹੈ ਅਤੇ ਖੁਸ਼ਕੀ ਉੱਪਰ ਵੀ, ਪਰ ਮੱਛੀ ਇੰਜ ਨਹੀਂ ਕਰ ਸਕਦੀ। ਹੇ ਬੰਦੇ, ਤੂੰ ਐਸੀ ਕੀਰਤੀ ਨਹੀਂ ਕਰਨੀ ਕੱਛੂ ਕੁੰਮੇ ਵਾਲੀ ਕਿ ਮੱਸਿਆ ਸੰਗਰਾਂਦ ਰੱਬ ਯਾਦ ਕਰ ਲਿਆ। ਨਹੀਂ, ਤੂੰ ਮੱਛੀ ਵਾਂਗ ਯਾਦ ਕਰਨਾ ਹੈ। ਰਹੀਮ ਕਵੀ ਬਹੁਤ ਸੁੰਦਰ ਲਿਖਦੇ ਹਨ ਕਿ ਜਦੋਂ ਸਰਵਰ ਸੁੱਕ ਗਿਆ ਤਾਂ ਜਿਨ੍ਹਾਂ ਪੰਖੀਆਂ ਨੂੰ ਰੱਬ ਨੇ ਪੰਖ ਦਿੱਤੇ ਸਨ, ਉਹ ਉੱਡ ਕੇ ਕਿਸੇ ਹੋਰ ਸਰਵਰ 'ਤੇ ਚਲੇ ਗਏ, ਪਰ ਮੱਛੀ ਨੂੰ ਤਾਂ ਰੱਬ ਨੇ ਪੰਖ ਨਹੀਂ ਲਗਾਏ। ਇਸਦਾ ਜੀਵਨ ਆਧਾਰ ਤਾਂ ਪਾਣੀ ਹੀ ਹੈ, ਇਹ ਕਿਹੜੇ ਪਾਸੇ ਜਾਏ। ਰਹੀਮ ਕਵੀ ਜੀ ਲਿਖਦੇ ਹਨ, ਸਰ सूखे पंखी उड़े और देश सिधाए, मीन दीन बिन पंख के कह रहीम कत जाए। इस श्लोक का सारांश ये है कि गोबिंद दे गुण गाने हन, तू गाने हन क्यों नहीं गाए। ना गाउण करके जन्म व्यर्थ हो गया, तू कर दिता। ये जिम्मेवारी परमात्मा दी नहीं, ये जिम्मेवारी मनुख दी है। परमात्मा नू इन्नी तड़प नाल याद कर जिवें मच्छी पानी नू याद करदी है। मच्छी दे परवार वांग जीवन मन ना विसरै पानी। वाहिगुरू जी का खालसा, वाहिगुरू जी की फतेह।